ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕਾਮਿਲ ਅਮਰ ਸਿੰਘ ਜੀ ਦੇ ਨਾਲ। ਕਾਮਿਲ ਅਮਰ ਸਿੰਘ ਜੀ ਹਲਕਾ ਰਾਏਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ। ਇਹਨਾਂ ਦਾ ਮੰਨਣਾ ਹੈ ਨਵੀਂ ਸੋਚ ਨਵਾਂ ਜੋਸ਼। ਕਾਮਿਲ ਅਮਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਹਲਕਾ ਰਾਏਕੋਟ ਨੇ ਬੇहद ਤਰੱਕੀ ਕੀਤੀ ਹੈ। ਬਹੁਤ ਸਾਰੇ ਕੰਮ ਕੀਤੇ ਗਏ ਨੇ। ਇੱਥੇ ਪਿੰਡ ਬੁਰਜ ਹਰੀ ਸਿੰਘ ਵਿਖੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਡਿਗਰੀ ਕਾਲਜ ਲਗਭਗ 10 ਕਰੋੜ रुपए ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ। ਬਸੀਆਂ ਕੋਠੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਕਾਰੀ ITI ਦੀ ਲਗਭਗ 7 ਕਰੋੜ ਦੀ ਲਾਗਤ ਨਾਲ ਸਥਾਪਨਾ ਕੀਤੀ ਗਈ ਹੈ। ਹਲਕਾ ਰਾਏਕੋਟ ਦੀਆਂ 91 ਕਿਲੋਮੀਟਰ ਲੰਬੀਆਂ ਪੇਂਡੂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਲਈ ਲਗਭਗ 78 ਕਰੋੜ ਰੁਪਏ ਦੇ ਕੰਮ ਚੱਲ ਰਹੇ ਨੇ। ਆਓ ਕਰਦੇ ਹਾਂ ਗੱਲਬਾਤ ਕਾਮਿਲ ਅਮਰ ਸਿੰਘ ਜੀ ਦੇ ਨਾਲ। ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਾਮਿਲ ਅਮਰ ਸਿੰਘ, ਇੱਕ ਐਸਾ ਨਾਮ ਜਿਸ ਨੌਜਵਾਨ ਨੇ ਰਾਏਕੋਟ ਦੇ ਏਰੀਏ ਦੇ ਵਿੱਚ ਇੱਕ ਨਵੀਂ ਪੀੜ ਪਾਤੀ ਹੈ। ਮਤਲਬ ਐਸਾ ਵਿਕਾਸ ਆਪਣੇ MLA ਦੀ ਟੈਨਿਓਰਸ਼ਿਪ ਤੋਂ ਪਹਿਲਾਂ 5 ਸਾਲ ਜਿਹੜਾ ਹੈਗਾ ਐਸਾ ਰਾਏਕੋਟ ਦਾ ਜਿਹੜਾ ਨਕਸ਼ਾ ਬਦਲਿਆ ਹੈਗਾ, ਜਿਸ ਤਰੀਕੇ ਦੇ ਨਾਲ ਲੋਕ ਪਿਆਰ ਕਰ ਰਹੇ ਨੇ। ਕਮਲ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ, ਥੈਂਕ ਯੂ ਸਰ। ਕਮਲ ਜੀ, ਕਿੱਦਾਂ ਇਹ ਜਿਹੜੀ ਕੁਐਤ ਸ਼ੁਰੂ ਕੀਤੀ? ਔਰ ਲੋਕ ਤਾਂ ਕਹਿੰਦੇ ਕਿ ਸਾਨੂੰ ਜਦੋਂ ਦੁਬਾਰਾ ਮੌਕਾ ਮਿਲੇ ਅਸੀਂ MLA ਬਣੀਏ, ਉਸ ਤੋਂ ਬਾਅਦ ਕਰੀਏ, ਲੇਕਿਨ ਤੁਸੀਂ ਉਸ ਤੋਂ ਪਹਿਲਾਂ ਹੀ ਜਿਹੜਾ ਰਾਏਕੋਟ ਹੈ ਉਹਦਾ ਨਕਸ਼ਾ ਬਦਲਣਾ ਸ਼ੁਰੂ ਕਰਤਾ। ਔਰ ਜਿਸ ਤਰੀਕੇ ਦੇ ਨਾਲ ਹਰੇਕ ਇਨਸਾਨ ਜਿਹੜਾ ਇਸ ਏਰੀਏ ਦਾ ਹੈਗਾ ਉਹ ਤੁਹਾਡੇ ਨਾਲ ਜੁੜ ਚੁੱਕਿਆ, ਚਾਹੇ ਉਹ ਗਰੀਬ ਆ, ਚਾਹੇ ਉਹ ਦੁਕਾਨਦਾਰ ਆ, ਹਰ ਤਰ੍ਹਾਂ ਦਾ ਜਿਹੜਾ ਇਨਸਾਨ ਆ ਤੁਹਾਡੇ ਨਾਲ ਅਟੈਚ ਹੋ ਗਿਆ। ਕਿਵੇਂ ਤੁਸੀਂ ਫਿਰ ਇਹ ਜਿਹੜੀ ਹੈਗੀ ਆ ਟੈਨਿਓਰ ਸ਼ੁਰੂ ਕਰਕੇ, ਕਿਉਂਕਿ ਅਖੀਰਲੇ ਸਾਲਾਂ 'ਚ ਦੇਖਿਆ ਕਿ 4.5 ਸਾਲ ਤੋਂ ਲੋਕ ਥੋੜ੍ਹਾ ਜਿਹਾ ਆਨੰਦ ਲੈਂਦੇ ਆਪਣੇ ਚੀਜ਼ਾਂ ਦਾ, ਲੇਕਿਨ ਅਖੀਰਲੇ 6 ਮਹੀਨੇ ਦੇ ਵਿੱਚ ਪਰ ਇਹ ਜਦੋਂ ਪਹਿਲਾਂ ਪ੍ਰਾਇਰੀ ਨਾ ਦੇਖੋ ਜੀ, ਗੱਲ ਇਹ ਆ ਕਿ ਮੇਰਾ ਰਾਜਨੀਤੀ 'ਚ ਆਉਣ ਦਾ ਜਿਹੜਾ ਮੁੱਖ ਮਕਸਦ ਸੀ ਉਹ ਲੋਕ ਸੇਵਾ ਔਰ ਬਦਲਾਵ ਔਰ ਸਾਡੇ ਇਸ ਇਲਾਕੇ ਦਾ ਸੁਧਾਰ ਕਰਨਾ ਸੀ। ਉਹਨੂੰ ਮੈਂ ਕਦੇ ਵੀ ਪੋਲੀਟੀਕਲ ਜਾਂ ਇਲੈਕਟੋਰਲ ਆਊਟਕਮ ਨਾਲ ਨਹੀਂ ਜੋੜਿਆ। ਬਿਕੋਜ਼ ਅਲਟੀਮੇਟਲੀ ਇੱਕ ਗੱਲ ਹੁੰਦੀ ਹੈ, ਸਾਡੀ ਕਾਂਗਰਸ ਪਾਰਟੀ ਦੀ ਸਰਕਾਰ 2017 'ਚ ਬਣੀ ਤੇ ਜਿਸ ਦਿਨ ਤੋਂ ਸਰਕਾਰ ਬਣ ਗਈ ਉਸ ਦਿਨ ਤੋਂ ਮੈਂ ਆਪਣਾ ਇਹ ਜ਼ਿੰਮੇਵਾਰੀ ਸਮਝਦਾ ਕਿ ਸਾਡੀ ਮੇਨ ਜ਼ਿੰਮੇਵਾਰੀ ਸੀ ਕਿ ਅਸੀਂ ਜੋ ਵੀ ਕਰ ਸਕਦੇ ਹਾਂ ਆਪਣੇ ਇਸ ਇਲਾਕੇ ਲਈ, ਸਾਡੇ ਸ਼ਹਿਰ ਲਈ, ਸਾਡੇ ਪਿੰਡਾਂ ਲਈ, ਉਹ ਘੱਟ ਹੋਊਗਾ, ਇਹ ਸੋਚ ਕੇ। ਬਿਕੋਜ਼ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਹੈ, ਲੋਕਤੰਤਰ ਦਾ ਮਤਲਬ ਕੀ ਹੈ? ਲੋਕਤੰਤਰ ਦਾ ਇਹ ਮਤਲਬ ਹੈ ਕਿ ਲੋਕਾਂ ਨੂੰ ਤਾਕਤ ਦੇ ਦੀ, ਲੋਕ ਵੋਟ ਪਾਉਂਦੇ ਆ ਕਿ ਉਹਨਾਂ ਦੇ ਮਸਲੇ ਹੱਲ ਹੋਣ। ਸੋ ਪਰ ਕਿਉਂਕਿ ਮੈਂ ਸਿਰਫ ਲੋਕ ਸੇਵਾ ਕਰਨ ਲਈ ਰਾਜਨੀਤੀ 'ਚ ਆਇਆ ਤੇ ਮੈਨੂੰ MP ਸਾਹਿਬ ਨੂੰ, ਡਾਕਟਰ ਅਮਰ ਸਿੰਘ ਜੀ ਨੂੰ, ਸਾਨੂੰ ਇਹ ਲੱਗਦਾ ਸੀ ਕਿ ਇਰਰਿਸਪੈਕਟਿਵ ਕਿ ਨਤੀਜਾ ਕੀ ਆਇਆ ਉਹਨੂੰ ਨਹੀਂ ਦੇਖਣਾ ਚਾਹੀਦਾ। ਅਗਰ ਤੁਸੀਂ ਇੱਕ ਵਾਰੀ ਆ ਗਏ ਹੋ, ਤੁਹਾਡੀ ਸਰਕਾਰ ਹੈ, ਤੇ ਫਿਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਵੱਲੋਂ ਕੋਈ ਇੰਜ ਦੀ ਕਸਰ ਨਾ ਛੱਡੋ, ਜਿਹੜਾ ਵੀ ਕੋਈ ਕੰਮ ਸਰਕਾਰ ਕਰ ਸਕਦੀ ਹੈ ਉਹ ਜ਼ਰੂਰ ਕਰਾਉਣਾ ਚਾਹੀਦਾ। ਔਰ ਸਰ, ਜਿਹੜੇ ਮਾਨਯੋਗ ਮੁੱਖ ਮੰਤਰੀ ਚੰਨੀ ਜੀ, ਜਿਨ੍ਹਾਂ ਨੇ 100 ਦਿਨ ਦੇ ਵਿੱਚ ਇੱਕ ਦਿਨ ਜਿਹੜਾ ਹੈਗਾ ਸਕਿੰਟਾਂ ਦੇ ਹਿਸਾਬ ਦੇ ਨਾਲ ਉਹ ਇਨਸਾਨ ਨੇ ਡਿਸਟਰੀਬਿਊਟ ਕਰਕੇ ਔਰ ਪੰਜਾਬ ਨੂੰ 100 ਦਿਨ ਦੇ ਵਿੱਚ ਹੀ ਇੰਨਾ ਸਵਾਦ ਲਿਆਤਾ ਵੀ ਉਹ 5 ਸਾਲਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਇੰਜੋਏ ਜਿਹੜਾ ਹੈਗਾ ਉਹ ਕਰਵਾਤਾ ਲੋਕਾਂ ਨੂੰ। ਔਰ ਲੋਕ ਜਿਹੜੇ ਹੈਗੇ ਤਤਪਰ ਹੈਗੇ ਹੁਣ ਫਿਰ ਦੁਬਾਰਾ ਤੋਂ ਵੀ ਕਾਂਗਰਸ ਜਿਹੜੀ ਸਰਕਾਰ ਆਵੇ ਔਰ ਉਹੀ ਵਿਕਾਸ ਦੀਆਂ ਜਿਹੜੀਆਂ ਝੜੀਆਂ ਉਹਨਾਂ ਨੇ 100 ਦਿਨ 'ਚ ਲਗਾਈਆਂ। ਔਰ ਤੁਸੀਂ ਤਾਂ ਰਾਏਕੋਟ ਦੇ ਵਿੱਚ ਪਹਿਲਾਂ ਸੇਵਾ ਕਰ ਹੀ ਰਹੇ ਹੋ। ਨਹੀਂ ਜੀ, ਬਹੁਤ ਜ਼ਿਆਦਾ। ਦੇਖੋ ਮਾਨਯੋਗ ਮੁੱਖ ਮੰਤਰੀ ਸਾਹਿਬ, ਦੇਖੋ ਫਰਕ ਪੈਂਦਾ ਕਿਉਂਕਿ ਥੱਲਿਓਂ ਉੱਠ ਕੇ ਖੁਦ ਸੰਘਰਸ਼ ਕਰਕੇ ਆਪਣੇ ਜੀਵਨ 'ਚ ਉਹ ਜਿੱਥੇ ਪਹੁੰਚੇ ਆ, ਆਮ ਲੋਕਾਂ ਨਾਲ ਜੁੜੇ ਹੋਏ, ਆਮ ਲੋਕਾਂ ਦਾ ਦੁੱਖ ਦਰਦ ਸਮਝਦੇ ਆ। ਤੇ ਪਿਛਲੇ 3-4 ਮਹੀਨਿਆਂ 'ਚ ਸਾਡੀ ਸਰਕਾਰ ਦੀ, ਮਾਨਯੋਗ ਚੰਨੀ ਸਾਹਿਬ ਦੀ, ਸਾਰਿਆਂ ਦੀ ਇੱਕ ਹੀ ਕੋਸ਼ਿਸ਼ ਰਹੀ ਹੈ ਕਿ ਇੰਜ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਪੰਜਾਬ ਦੇ ਹਰ ਵਰਗ ਦਾ ਫਾਇਦਾ ਹੁੰਦਾ ਆ, ਜਿਹਦੇ ਨਾਲ ਪੰਜਾਬ ਦੀ ਲੌਂਗ ਟਰਮ ਅਰਥ ਵਿਵਸਥਾ 'ਚ ਫਾਇਦਾ ਹੋਵੇ, ਜਿਹਦੇ ਇੰਜ ਦੇ ਮੁੱਦਿਆਂ ਨੂੰ ਹੱਥ ਪਾਈਏ ਕਿ ਜਿਹੜਾ ਲੋਕਾਂ ਨੂੰ ਲੱਗਦਾ ਸੀ ਕਿ ਇਹਨਾਂ ਦੇ ਹੱਥ ਨਹੀਂ ਪਾਇਆ ਜਾ ਸਕਦਾ। ਹੁਣ ਬਿਜਲੀ ਦਾ ਜਿਹੜੇ ਰੇਟ ਘਟਾਏ ਗਏ ਆ, ਇਹਦਾ ਜਿਹੜਾ ਲਾਭ ਆ, ਅੱਜ ਤੇ ਚਲੋ ਇੱਕ ਬਿੱਲ ਸਾਈਕਲ ਆ ਗਿਆ ਉਹਦੇ 'ਚ ਮਿਲਿਆ, ਇਹਦਾ ਐਕਚੁਅਲ ਜਿਹੜਾ ਲਾਭ ਹੈ, ਜਿਹੜਾ ਹਜ਼ਾਰਾਂ ਕਰੋੜ ਰੁਪਏ ਪੰਜਾਬ ਦੇ ਬਿਜਲੀ ਗ੍ਰਾਹਕਾਂ ਦੇ, ਨਾਗਰਿਕਾਂ ਦੇ ਪੈਸੇ ਬਚਣਗੇ, ਉਹ ਪੈਸਾ ਸਾਰਾ ਪੰਜਾਬ ਦੀ ਇਕਨੋਮੀ 'ਚ ਵਾਪਸ ਆਉਣਾ ਹੈ। ਔਰ ਇਹਦਾ ਜਿਹੜਾ ਅਸਲ ਇੰਪੈਕਟ ਹੈ, ਜਿਹੜਾ ਅਸਲ ਇਹਦਾ ਫਾਇਦਾ ਹੋਣਾ ਅਗਲੇ 6 ਮਹੀਨੇ ਸਾਲ 'ਚ ਆਪਾਂ ਦੇਖ ਪਾਵਾਂਗੇ, ਜਦੋਂ ਇਹਦਾ ਬਾਜ਼ਾਰਾਂ 'ਚ ਲਾਭ ਆਊਗਾ, ਲੋਕ ਜ਼ਿਆਦਾ ਪੈਸਾ ਜਿਹੜਾ ਬਚ ਰਿਹਾ ਖਰਚਣਗੇ, ਕੋਈ ਆਪਣੇ ਬੱਚਿਆਂ ਦੇ ਫੀਸਾਂ ਤੇ ਲਾਊਗਾ, ਕੋਈ ਕਿਤੇ FD ਤੇ ਰੱਖੂਗਾ। ਤੇ ਇਹ ਇੰਜ ਦੇ ਬਹੁਤ ਸਾਰੇ ਵੱਡੇ ਅਸੀਂ ਔਰ ਉਹ ਦੂਜੇ ਫਰੰਟ ਤੇ ਵੀ EMPLOYEES ਲਈ ਵੀ ਸਰਕਾਰੀ ਸਾਡੇ ਜਿਹੜੇ EMPLOYEE ਸਾਹਿਬਾਨ ਨੇ ਉਹਨਾਂ ਦੇ ਹਿੱਤਾਂ ਲਈ ਵੀ ਬਹੁਤ ਸਾਰੇ ਬਹੁਤ ਵੱਡੇ ਕਦਮ
ਸਰਕਾਰ ਨੇ ਚੱਕੇ ਆ ਔਰ ਸਮਾਜ ਦਾ ਕੋਸ਼ਿਸ਼ ਕੀਤੀ ਕਿ ਕੋਈ ਵੀ ਇੰਜ ਦਾ ਵਰਗ ਨਾ ਰਹਿ ਜੇ ਜਿਹਦੇ ਲਈ ਕੋਈ ਨਾ ਕੋਈ ਇਤਿਹਾਸਕ ਕਦਮ ਅਸੀਂ ਨਾ ਚੱਕੀਏ। ਔਰ ਇਹ ਸਾਡੀ ਸਰਕਾਰ ਦੀ ਕੋਸ਼ਿਸ਼ ਆ ਕਿ ਇਹ ਤੇ ਅਸੀਂ ਪਿਛਲੇ 3-4 ਮਹੀਨੇ 'ਚ ਜਿਹੜੇ ਕੰਮ ਕੀਤੇ ਆ, ਜਿਹੜੀ ਵਿਜ਼ਨ ਆ, ਵਿਜ਼ਨ ਤੇ ਬਹੁਤ ਵੱਡੀ ਹੈ, ਸੋਚ ਬਹੁਤ ਵੱਡੀ ਹੈ ਕਿ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਇੰਜ ਦੇ ਕੰਮ ਕਰੀਏ ਜਿਹਦੇ ਨਾਲ ਪੰਜਾਬ ਨੂੰ ਵਾਪਸ ਲੀਹ ਤੇ ਲਾ ਕੇ ਫਿਰ ਇੱਕ ਵਾਰੀ ਆਪਾਂ ਜਿਹੜਾ ਪੰਜਾਬ ਦਾ ਇੱਕ ਬਹੁਤ ਗੌਰਵਮਈ ਇਤਿਹਾਸ ਰਿਹਾ ਉਸ ਵੱਲ ਪੰਜਾਬ ਨੂੰ ਅਗਲੇ 5 ਸਾਲਾਂ 'ਚ ਅਸੀਂ ਲੈ ਕੇ ਜਾਈਏ। ਸਰ, ਮੈਰਾਟੋਰੀਅਸ ਸਕੂਲ ਜਿਹੜੇ ਕਿ ਇੱਕ ਐਸੇ ਸਕੂਲ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਪੜ੍ਹ ਕੇ ਬੱਚੇ ਜਿਹੜੇ ਹੈਗੇ ਆ, ਲੋਕ ਕਹਿੰਦੇ ਗਰੀਬ ਬੱਚੇ, ਔਰ ਗਰੀਬ ਬੱਚੇ ਅਗਰ ਉਹ ਸ਼ਾਈਨਿੰਗ ਹੋਣਗੇ ਤਾਂ ਮੈਰਾਟੋਰੀਅਸ ਸਕੂਲ ਜਿਹੜਾ ਹੈਗਾ ਉਹਨਾਂ ਨੂੰ ਲੈਂਦਾ। ਔਰ ਜਿਸ ਤਰੀਕੇ ਨਾਲ ਕੇਲੇ, ਦੁੱਧ ਔਰ ਜਿਸ ਤਰੀਕੇ ਨਾਲ ਨਾਂ ਉਹ ਬਣੇ ਹੋਏ ਨੇ ਸਕੂਲ, ਕੀ ਸੋਚਦੇ ਹੋ ਕਿ ਅਗਰ ਪ੍ਰਮਾਤਮਾ ਇਸ ਵਾਰ ਦੁਆਰਾ ਤੋਂ ਮਤਲਬ ਜਿਹੜਾ ਹੈਗਾ ਮੌਕਾ ਮਿਲਦਾ ਤਾਂ 9 ਦੇ 18 ਹੋਣਗੇ ਸਕੂਲ, ਔਰ ਮੈਰਾਟੋਰੀਅਸ ਸਕੂਲ ਜਿਹੜਾ ਇੱਕ ਮੈਰਾਟੋਰੀਅਸ ਸਕੂਲ ਆ ਉਹ 100 ਜਿਹੜੇ ਸਮਾਰਟ ਸਕੂਲਾਂ ਦੀ ਗੱਲ ਕਰਦੇ ਆ ਹੋਰ ਕਰਦੇ ਉਹਦੇ ਬਰਾਬਰ ਹੈ? ਨਹੀਂ ਡੈਫੀਨਿਟਲੀ ਦੇਖੋ ਜੀ, ਐਜੂਕੇਸ਼ਨ ਇੱਕ ਇੰਜ ਦੀ ਚੀਜ਼ ਆ ਕਿ ਸਭ ਤੋਂ ਵੱਡਾ ਅੱਜ ਦੀ ਜਿਹੜੀ ਆਪਣੀ ਆਧੁਨਿਕ ਅਰਥ ਵਿਵਸਥਾ ਆ, ਇਹਦੇ 'ਚ ਸਭ ਤੋਂ ਵੱਡਾ ਜਿਹੜਾ ਫਾਇਦਾ ਕਿਸੇ ਬੱਚੇ ਨੂੰ ਆਪਾਂ ਦੇ ਸਕਦੇ ਹਾਂ ਉਹ ਚੰਗੀ ਸਿੱਖਿਆ ਦਾ, ਔਰ ਉਸ ਸਿੱਖਿਆ ਦਾ ਹੈ ਜਿਹਦੇ ਨਾਲ ਪਰਿਵਾਰ ਦੇ ਬੋਝ ਨਾ। ਪ੍ਰਾਈਵੇਟ ਸਿੱਖਿਆ ਤੇ ਬਹੁਤ ਆ, ਪ੍ਰਾਈਵੇਟ ਸਕੂਲ ਨੇ, ਕਾਲਜ ਨੇ, ਪਰ ਉੱਥੇ ਐਜੂਕੇਸ਼ਨ ਲੈਣਾ ਆਮ ਪਰਿਵਾਰਾਂ ਦੇ ਵੱਸ ਦਾ ਨਹੀਂ। ਔਰ ਜਦੋਂ ਲੈਂਦੇ ਵੀ ਹੈ ਤੇ ਕੋਈ ਬਹੁਤ ਵੱਡਾ ਬੋਝ ਲੈ ਕੇ ਬੰਦਾ ਆਪਣੇ ਬੱਚਿਆਂ ਨੂੰ ਉੱਥੇ ਪੜਾਉਂਦਾ ਆ। ਤੇ ਐਜੂਕੇਸ਼ਨ ਤੇ ਇੰਜ ਦੀ ਗੱਲ ਆ, ਔਰ ਸਰਕਾਰੀ ਐਜੂਕੇਸ਼ਨ ਦੀ ਫੀਲਡ 'ਚ ਪੰਜਾਬ ਨੇ ਪਿਛਲੇ 5 ਸਾਲਾਂ 'ਚ ਅਸੀਂ ਬਹੁਤ ਤਰੱਕੀ ਕੀਤੀ ਹੈ, ਨੈਸ਼ਨਲ ਰੈਂਕਿੰਗਸ 'ਚ ਵੀ। ਅੱਛਾ, ਤੁਸੀਂ ਜਾਣਦੇ ਹੋ ਕੇਂਦਰ 'ਚ ਮੋਦੀ ਜੀ ਦੀ ਸਰਕਾਰ ਆ, ਉਹ ਇੰਜ ਦੇ ਲੋਕ ਆ ਬੀਜੇਪੀ ਨੂੰ ਛੱਡ ਕੇ ਕਿਸੇ ਹੋਰ ਨੂੰ ਵੀ 1 ਨੰਬਰ ਘੋਸ਼ਿਤ ਕਰ ਦਿੰਦੇ, ਪਰ ਪਿਛਲੇ 5 ਸਾਲਾਂ 'ਚ ਜ਼ਮੀਨੀ ਪੱਧਰ ਤੇ ਇੰਪਰੂਵਮੈਂਟ ਹੀ ਇੰਨੀ ਹੋਈ ਹੈ ਸਕੂਲ ਦੀ। ਔਰ ਮੈਂ ਖੁਦ ਦੇਖਿਆ, ਮੈਨੂੰ ਯਾਦ ਹੈ ਯਾਰ ਸਕੂਲਾਂ ਦੇ ਹਾਲਾਤ ਕੀ ਹੁੰਦੇ ਸੀ 2015-16 'ਚ, ਔਰ ਅੱਜ ਤੁਸੀਂ ਜਾ ਕੇ ਸਕੂਲਾਂ ਦੀ ਕੰਡੀਸ਼ਨ ਦੇਖੋ, ਬਹੁਤ ਜ਼ਿਆਦਾ ਇੰਪਰੂਵਮੈਂਟ ਆ। ਅੱਛਾ, ਐਨਰੋਲਮੈਂਟ ਇੰਨੀ ਵਧੀਆ, ਦੇਖੋ ਇਹਦਾ ਨੰਬਰ ਤੇ ਨਹੀਂ ਝੂਠ ਬੋਲਦੇ, ਆંકੜੇ ਤੇ ਕਦੇ ਨਹੀਂ ਝੂਠ ਬੋਲਦੇ। ਤੁਸੀਂ ਐਨਰੋਲਮੈਂਟ ਦੇਖੋ 2019-20 ਦੇ ਬਾਅਦ ਕਿੰਨੀ ਵਧੀ ਹੈ ਸਰਕਾਰੀ ਸਕੂਲਾਂ ਦੀ। ਤੇ ਸਾਡੀ ਤੇ ਇਹੀ ਕੋਸ਼ਿਸ਼ ਰਹੂਗੀ ਕਿ ਪੰਜਾਬ ਦੇ ਜਿਹੜੇ ਸਕੂਲ ਨੇ ਇਹਨਾਂ ਦਾ ਲੈਵਲ ਹੋਰ ਵੀ ਆਪਾਂ ਵਧਾਈਏ। ਜਿਹੜੇ ਆਦਰਸ਼ ਰਾਜ ਨੇ ਜਿਵੇਂ ਕੇਰਲਾ, ਕੁਰਲਾ, ਬਹੁਤ ਸਟੇਟਾਂ ਨੇ ਬਹੁਤ ਇਹਦੇ 'ਚ ਤਰੱਕੀ ਕੀਤੀ, ਔਰ ਤਰੱਕੀ ਹੀ ਐਜੂਕੇਸ਼ਨ ਦੇ ਬੇਸਿਸ ਤੇ ਕੀਤੀ ਹੈ। ਉਸ ਤਰੀਕੇ ਦੀ ਇੱਥੇ ਵੀ ਸਾਡੀ ਸਰਕਾਰ ਬਣਦੀ ਤੇ ਅਸੀਂ ਹੰਭਲਾ ਮਾਰਾਂਗੇ ਕਿ ਬਿਲਕੁਲ ਜ਼ਮੀਨੀ ਪੱਧਰ ਤੇ ਬੈਸਟ ਪੋਸੀਬਲ ਐਜੂਕੇਸ਼ਨ ਹੋਏ, ਔਰ ਪ੍ਰਾਈਵੇਟ ਔਰ ਸਕੂਲ ਐਜੂਕੇਸ਼ਨ, ਗਵਰਨਮੈਂਟ ਸਕੂਲ ਐਜੂਕੇਸ਼ਨ 'ਚ ਕੋਈ ਫਰਕ ਨਹੀਂ। ਸਰ, ਇਤਿਹਾਸਕ ਨਗਰੀ ਹੈ ਰਾਏਕੋਟ, ਜਿੱਥੇ ਕਿ ਗੁਰਦੁਆਰਾ ਟਾਹਲੀਵਾਲ ਸਾਹਿਬ ਜਿਹੜਾ ਕਿ ਇੱਕ ਆਸਥਾ ਦਾ ਕੇਂਦਰ ਹੈ, ਲੋਕਾਂ ਦਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਸੈਕਿੰਡ ਗੁਜ਼ਾਰਨ ਆਉਂਦੇ ਆ ਕਿ ਅਸੀਂ ਇਸ ਪਵਿੱਤਰ ਸਥਾਨ 'ਤੇ ਆਈਏ। ਤੁਸੀਂ ਇਸ ਧਰਤੀ ਦੇ ਉੱਤੇ ਹੀ ਆਪਣੀ ਜਿਹੜੀ ਹੈਗੀ ਸੇਵਾ ਦੇ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਰਾਏਕੋਟ ਦਾ ਜਿਹੜਾ ਨਕਸ਼ਾ ਜਿਨ੍ਹਾਂ ਦਾ ਬਦਲਿਆ ਗਿਆ ਆਪਣੇ ਇਸ 5 ਸਾਲਾਂ ਦੇ ਵਿੱਚ, ਕਿਉਂਕਿ ਕੋਈ ਵੀ ਜਿਹੜਾ MLA ਸੀਗਾ ਅਗਰ ਉਹ ਸੀਟ ਦੇ ਵਿੱਚ ਨੈਗੇਟਿਵ ਹੋ ਜਾਂਦਾ ਸੀਗਾ ਤਾਂ ਉਹਨਾਂ ਦਾ ਮਾਈਂਡ ਸੈਟ ਆਪਾਂ ਜਿਹੜਾ ਉਹ ਨਹੀਂ ਸੀਗਾ ਜਿਹੜਾ ਅਮਰ ਸਿੰਘ ਦੇ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਲੋਕਾਂ ਦਾ ਜਿਹੜਾ ਦਿਲ ਜਿੱਤਿਆ ਹੈਗਾ। ਅੱਜ ਤਕਰੀਬਨ ਇਹ ਨਹੀਂ ਹੈ ਕਿ ਇਰਰਿਸਪੈਕਟ ਆਫ ਪਾਰਟੀ ਲੋਕ ਜਿਹੜੇ ਹੈਗੇ ਉਹ ਤੁਹਾਡੇ ਪਰਿਵਾਰ ਦੇ ਨਾਲ ਜੁੜੇ ਹੋਏ ਨੇ। ਕੀ ਕਹਿਣਾ ਚਾਹੋਗੇ ਕਿ ਹੋਰ ਵੀ ਚੀਜ਼ਾਂ, ਕਿਉਂਕਿ ਰਾਏਕੋਟ ਦਾ ਜਿਹੜਾ ਅੰਦਰੂਨੀ ਅੰਦਰਲਾ ਜਿਹੜਾ ਹਿੱਸਾ ਹੈਗਾ, ਗਲੀਆਂ ਬੜੀਆਂ ਛੋਟੀਆਂ, ਜਾਣ ਦਾ ਰਸਤਾ ਹੈਗੀ ਆ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਕੰਪਲੀਮੈਂਟ ਕਰਕੇ ਮਤਲਬ ਇਹੋ ਜਿਹਾ ਰਾਏਕੋਟ ਬਣ ਜੂਗਾ ਵੀ ਲੋਕ ਕਹਿਣਗੇ ਵੀ ਰਾਏਕੋਟ ਦੇ ਵਿੱਚ ਭਾਈ ਅਸੀਂ ਜਾਣਾ। ਨਹੀਂ ਡੈਫੀਨਿਟਲੀ ਜੀ, ਦੇਖੋ ਇਹ ਕੀ ਆ, ਬਹੁਤ ਪਵਿੱਤਰ ਧਰਤੀ ਆ। ਸ੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਨਾਲ ਰਾਏਕੋਟ ਦਾ ਇਤਿਹਾਸ ਜੁੜਿਆ ਹੋਇਆ। ਛੋਟੇ ਸਾਹਿਬਜ਼ਾਦਿਆਂ ਦੀ ਉਸ ਮਹਾਨ ਸ਼ਹਾਦਤ ਦੇ ਨਾਲ ਰਾਏਕੋਟ ਦਾ ਇਤਿਹਾਸ ਜੁੜਿਆ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਹੈ ਰਾਏਕੋਟ। ਤੇ ਜਿੰਨਾ ਵੀ ਇਸ ਧਰਤੀ ਲਈ ਕੰਮ ਕਰਤਾ ਜਾਏ ਉਹ ਮੈਂ ਸਮਝਦਾ ਘੱਟ ਆ। ਬਹੁਤ ਸਾਰੇ ਵੱਡੇ ਪ੍ਰੋਜੈਕਟ ਜਿਵੇਂ 60 ਕਰੋੜ ਦਾ ਸੀਵਰੇਜ ਪ੍ਰੋਜੈਕਟ, LED ਲਾਈਟਿੰਗ ਦਾ ਪ੍ਰੋਜੈਕਟ, ਪਾਰਕਸ, ਬਹੁਤ ਸਾਰੇ ਵੱਡੇ ਕੰਮ ਸ਼ਹਿਰ 'ਚ ਕੀਤੇ ਗਏ ਆ। ਪਰ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਬਹੁਤ ਸਾਰੇ ਕੰਮ ਕਰਨੇ ਆ। ਜਿਹੜਾ ਹੁਣ ਅਸੀਂ ਜਿਹੜਾ ਰੋਡ ਮੈਪ ਬਣਾਇਆ, ਜਿਹੜਾ ਆਪਾਂ ਕਹਿ ਸਕਦੇ ਹਾਂ ਪਲੈਨਿੰਗ ਕੀਤੀ, ਉਹ ਇਹ ਆ ਕਿ ਆਉਣ ਵਾਲੇ ਸਮੇਂ 'ਚ ਸ਼ਹਿਰ ਦੇ ਹਰ ਕੋਨੇ 'ਚ, ਹਰ ਹਿੱਸੇ 'ਚ ਸੀਵਰੇਜ ਲਾਈਨ ਦੇਣੀ ਆ, ਪੀਣ ਦੇ ਪਾਣੀ ਦੀ ਸਹੂਲਤ ਦੇਣੀ ਆ, LED ਲਾਈਟਾਂ ਔਰ ਇੰਟਰਲੌਕ ਸਟਰੀਟਸ ਬਣਾ ਕੇ ਦੇਣੀਆਂ ਨੇ। ਬਹੁਤ ਸਾਰਾ ਸ਼ਹਿਰ ਦਾ ਹਿੱਸਾ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਜਿਹੜਾ ਰਹਿ ਗਿਆ ਆ ਉਹਨੂੰ ਵੀ ਆਉਣ ਵਾਲੇ 5-6 ਮਹੀਨਿਆਂ 'ਚ ਅਸੀਂ ਕਰਾਂਗੇ। ਮੈਂ ਪੋਲੀਟਿਕਸ ਇੱਕ ਹੀ ਗੱਲ ਹੈ, ਇੱਕ ਮੈਨੂੰ ਵੈਸਟਰਨ ਫਿਲਾਸਫੀ ਦੀ ਮੈਨੂੰ ਯਾਦ ਆ, ਇੱਕ ਬੜਾ ਪੜ੍ਹੇ ਲਿਖੇ ਸਾਡੇ ਮਿੱਤਰ ਸੀ, ਉਹਨਾਂ ਨੇ ਇੱਕ ਬੜੀ ਸੋਹਣੀ ਜਿਹੀ ਉਹਨਾਂ ਨੇ ਮੈਨੂੰ ਲਾਈਨ ਸੁਣਾਈ ਸੀ, ਮੈਂ ਤੁਹਾਨੂੰ ਪੰਜਾਬੀ 'ਚ ਦੱਸਦਾ। ਉਹਦੇ ਵਿੱਚ ਇਹ ਸੀ ਕਿ ਜਿਹੜੇ ਕੌਮਾਂ, ਜਿਹੜੇ ਲੋਕ ਰਾਜਨੀਤੀ 'ਚ ਆਪਣੀ ਖੁਦ ਦੀ ਰਾਜਨੀਤੀ 'ਚ ਦਿਲਚਸਪੀ ਨਹੀਂ ਰੱਖਦੇ ਤੇ ਕਈ ਵਾਰੀ ਇਤਿਹਾਸ ਉਹਨਾਂ ਨੂੰ ਬਹੁਤ ਖਰਾਬ ਜਾਂ ਬਹੁਤ ਘੱਟ ਸਮਝ ਰੱਖਣ ਵਾਲੇ
ਲੀਡਰ ਦੇ ਦਿੰਦਾ ਆ ਜਾਂ ਉਹਨਾਂ ਨੂੰ ਆਪਣੇ ਰਾਜੇ ਦੇ ਦਿੰਦਾ ਹੈ, ਨਹੀਂ ਉਸ ਤਰੀਕੇ ਦੀ ਉਹ ਸੇਇੰਗ ਆ। ਤੇ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਰਾਜਨੀਤੀ 'ਚ ਮੈਂ ਆਇਆ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਕੱਲੀ ਗੱਲਾਂ ਕਰਕੇ ਬਾਹਰ ਬੈਠ ਕੇ ਇਹ ਕਹਿ ਦੇਣਾ ਕਿ ਜੀ ਸਿਸਟਮ ਬਹੁਤ ਖਰਾਬ ਆ, ਕੋਈ ਸੁਧਾਰ ਨਹੀਂ ਹੋ ਰਿਹਾ, ਉਹਦੇ ਨਾਲ ਤੇ ਨਹੀਂ ਕੁਝ ਬਦਲਾਵ ਹੋ ਸਕਦਾ। ਬਦਲਾਵ ਕਰਨ ਲਈ ਤੁਹਾਨੂੰ ਖੁਦ ਇਸ ਫੀਲਡ 'ਚ ਐਂਟਰ ਕਰਨਾ ਪੈਂਦਾ ਹੈ ਔਰ ਮੈਂ ਇਹ ਗੱਲ ਸਮਝਦਾ ਹਾਂ ਕਿ ਸਮਾਂ ਲੱਗ ਸਕਦਾ ਹੈ, ਪਰ ਅਗਰ ਤੁਸੀਂ ਹਰ ਦਿਨ ਇੱਕ ਚੰਗੀ ਸੋਚ ਨਾਲ, ਸਾਫ਼ ਨੀਅਤ ਨਾਲ ਲੱਗੇ ਰਹੋ ਤੇ ਜ਼ਮੀਨੀ ਪੱਧਰ ਤੇ ਉਹਦੇ ਰਿਜ਼ਲਟ ਵੀ ਤੁਹਾਨੂੰ ਦਿਖਣ ਲੱਗ ਜਾਂਦੇ ਆ। ਸਾਡੇ ਰਾਏਕੋਟ ਉਹ ਸਾਰਾ ਕੁਝ ਬਦਲਾਵ ਹੋਇਆ, ਸਾਰੀ ਇੰਪਰੂਵਮੈਂਟ ਹੋਈ ਆ ਔਰ ਮੈਂ ਤੇ ਸਾਰੇ ਮੇਰੇ ਜਿਹੜੇ ਨੌਜਵਾਨ ਭਰਾ ਵੀ ਨੇ, ਮੈਂ ਹਮੇਸ਼ਾ ਮੈਂ ਸੋਚਦਾ ਕਿ ਮੈਂ ਰਾਜਨੀਤੀ 'ਚ ਆਇਆ ਉਹਨਾਂ ਲਈ ਆਇਆ ਕਿਉਂਕਿ ਦੇਖੋ ਜਿਹੜਾ ਭਵਿੱਖ ਆ, ਫਿਊਚਰ ਆ ਉਹਨਾਂ ਦਾ ਹੈ। ਅਲਟੀਮੇਟਲੀ ਅਗਰ ਅੱਜ ਸਾਡੇ ਇੱਥੇ ਸਰਕਾਰੀ ਕਾਲਜ ਪਿਛਲੇ 5 ਸਾਲਾਂ 'ਚ ਬਣਿਆ, ਸਰਕਾਰੀ ITI ਬਣੀ ਆ, ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰੋਜੈਕਟ ਚੱਲ ਰਿਹਾ, ਇਹ ਸਾਰੇ ਉਹ ਕੰਮ ਨੇ ਕਿ ਜਿਨ੍ਹਾਂ ਦਾ ਲਾਭ ਸਾਡੀ ਆਉਣ ਵਾਲੀ ਜਨਰੇਸ਼ਨਸ ਨੂੰ ਮਿਲਣਾ, ਸਾਡੇ ਬੱਚਿਆਂ ਨੂੰ ਮਿਲਣਾ ਹੈ। ਔਰ ਵੈਸੇ ਵੀ ਮੈਂ ਤੇ ਸਮਝਦਾ ਹਾਂ ਕਿ ਰਾਜਨੀਤੀ ਦਾ ਵੀ ਕੇਂਦਰ ਬਿੰਦੂ ਸਾਡੇ ਨੌਜਵਾਨਾਂ ਦੇ ਭਵਿੱਖ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਰੱਖ ਕੇ ਸਾਨੂੰ ਰਾਜਨੀਤੀ ਕਰਨੀ ਚਾਹੀਦੀ ਆ। ਵਿਕਾਸ ਕਾਰਜਾਂ ਵਿੱਚ ਵੀ ਸਾਨੂੰ ਇਹੀ ਸੋਚ ਰੱਖਣੀ ਚਾਹੀਦੀ ਆ। ਸੂਬਾ ਪੱਧਰ ਤੇ ਦੇਸ਼ ਪੱਧਰ ਤੇ ਵੀ ਜਿਹੜੀ ਪਾਲਿਸੀ ਮੇਕਿੰਗ ਆ, ਜਿਹੜੀਆਂ ਨੀਤੀਆਂ ਅਸੀਂ ਬਣਾ ਰਹੇ ਆ, ਉਹ ਵੀ ਸਾਨੂੰ ਸਾਡੇ ਆਉਣ ਵਾਲੇ ਜਿਹੜੇ ਭਵਿੱਖ ਆ, ਸਾਡੇ ਬੱਚੇ ਨੇ, ਨੌਜਵਾਨ ਆ, ਉਹਨਾਂ ਦੇ ਬਾਰੇ ਸੋਚ ਕੇ ਬਣਾਉਣਾ। ਦੇਖੋ ਜੀ ਹੋਇਆ ਕੀ ਸੀ ਕਿ 2016-17 ਦੇ ਵਿਧਾਨ ਸਭਾ ਚੋਣ 'ਚ ਜਦੋਂ ਮੈਂ ਔਰ ਡਾਕਟਰ ਅਮਰ ਸਿੰਘ ਜੀ ਪਿੰਡਾਂ 'ਚ ਜਾਂਦੇ ਸੀ ਤੇ ਬੜਾ ਦਿਲ 'ਚ ਦਰਦ ਮਹਿਸੂਸ ਹੁੰਦਾ ਸੀ ਕਿਉਂਕਿ ਕਈ ਵਾਰੀ ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਉਹ ਇੰਝ ਦੀਆਂ ਗੱਲਾਂ ਕਹਿੰਦੇ ਸੀ ਕਿ ਜੀ ਕੋਈ 10 ਸਾਲ ਹੋ ਗਏ ਕਿਸੇ ਦਾ ਨੀਲਾ ਕਾਰਡ ਨਹੀਂ ਬਣਿਆ, ਕਿਸੇ ਦੀ ਪੈਨਸ਼ਨ ਨਹੀਂ ਲੱਗੀ, ਕਿਸੇ ਨੂੰ ਕੋਈ ਹੋਰ ਸਹੂਲਤ ਨਹੀਂ ਮਿਲੀ। ਤੇ ਜਦੋਂ ਹੀ ਸਾਡੀ ਸਰਕਾਰ ਬਣੀ 2017 'ਚ ਜਿਹੜਾ ਪਹਿਲਾ ਉਪਰਾਲਾ ਕੀਤਾ ਸੀ ਉਹ ਇਹ ਕੀਤਾ ਸੀ ਕਿ ਇੱਕ ਦਫ਼ਤਰ ਖੋਲ੍ਹੋ ਔਰ ਦਫ਼ਤਰ ਦਾ ਮਕਸਦ ਰਾਜਨੀਤੀ ਨਹੀਂ ਸੀ, ਉਹ ਲੋਕ ਸੇਵਾ ਨੂੰ ਮੁੱਖ ਰੱਖਦੇ ਹੋਏ ਦਫ਼ਤਰ ਖੋਲ੍ਹਿਆ ਸੀ। ਉੱਥੇ ਇੱਕ ਪੱਕੀ ਸਾਡੀ ਪਰਸਨਲੀ ਪੇਡ ਟੀਮ ਜਿਹੜੀ ਪਿੰਡ ਜਾ ਕੇ ਸਾਰੀ ਸਹੂਲਤਾਂ ਦਾ, ਚਾਹੇ ਪੈਨਸ਼ਨ ਆ, ਨੀਲਾ ਕਾਰਡ ਆ, ਲੋਕਾਂ ਦੇ ਫਾਰਮ ਭਰਦੀ ਆ, ਫਾਰਮ ਲਾ ਕੇ ਸਰਕਾਰੀ ਦਫ਼ਤਰਾਂ 'ਚ ਲਿਜਾ ਕੇ ਉਹ ਸਕੀਮਾਂ ਨੂੰ ਲਾਗੂ ਕਰਾ ਕੇ ਵਾਪਸ ਲਾਭਪਾਤਰੀ ਦੇ ਕੋਲ ਅਸੀਂ ਪਿੰਡ ਉਹਨਾਂ ਦੇ ਹੱਥ 'ਚ ਦੇ ਕੇ ਆਉਂਦੇ ਆ। ਤੇ ਬੜੀ ਖੁਸ਼ੀ ਵੀ ਹੁੰਦੀ ਆ ਦੱਸਣ 'ਚ ਕਿ ਪਿਛਲੇ 5 ਸਾਲਾਂ 'ਚ ਤਕਰੀਬਨ 13,000 ਬਜ਼ੁਰਗਾਂ ਦੀ ਅਸੀਂ ਪੈਨਸ਼ਨ ਲਾ ਸਕੇ ਆ, 12,000 ਜ਼ਰੂਰਤਮੰਦ ਪਰਿਵਾਰਾਂ ਦਾ ਨੀਲੇ ਕਾਰਡ ਬਣਵਾਏ ਆ ਔਰ ਹੋਰ ਬਣਵਾਵਾਂਗੇ ਕਿਉਂਕਿ ਮੈਂ ਇਹ ਸਮਝਦਾ ਆ ਕਿ ਇਹ ਜਿਹੜੀ ਸਹੂਲਤਾਂ ਨੇ ਇਹ ਹੱਕ ਆ ਲੋਕਾਂ ਦਾ, ਨਾਗਰਿਕਾਂ ਦਾ, ਉਹਦੇ ਲਈ ਉਹਨਾਂ ਨੂੰ ਖੱਜਲ ਖਰਾਬ ਨਹੀਂ ਹੋਣਾ ਚਾਹੀਦਾ। ਔਰ ਬੜੀ ਤਰਾਸਦੀ ਦੀ ਗੱਲ ਹੈ ਕਿ ਅਗਰ ਕੋਈ 80 ਸਾਲ ਦੇ ਜਾਂ 85 ਸਾਲ ਦੇ ਸਾਡੇ ਬਜ਼ੁਰਗ ਜਿਹੜੀ ਪੈਨਸ਼ਨ ਤੇ ਉਹਨਾਂ ਦਾ ਹੱਕ ਆ, ਲੀਗਲ ਰਾਈਟ ਆ, ਇਫ ਹੀ ਇਜ਼ ਆਫ ਉਹ ਨਹੀਂ ਉਮਰ ਦੇ ਹੈਗੇ ਆ ਜਾਂ ਕੋਈ ਗਰੀਬੀ ਰੇਖਾ ਦੇ ਥੱਲੇ ਆ ਤੇ ਉਸ ਕਾਰਡ ਤੇ ਆਟਾ ਦਾਲ ਸਕੀਮ ਤੇ ਉਹਦਾ ਲੀਗਲ ਰਾਈਟ ਹੈ ਤੇ ਉਹਦੇ ਲਈ ਉਹਨਾਂ ਨੂੰ ਖੱਜਲ ਹੋਣਾ ਪਏ, ਇਹ ਬੜੀ ਤਰਾਸਦੀ ਦੀ ਗੱਲ ਹੈ। ਤੇ ਇਸ ਲਈ ਇਹ ਕੋਸ਼ਿਸ਼ ਕੀਤੀ ਹੈ ਔਰ ਮੈਂ ਤੇ ਸਮਝਦਾ ਇਹ ਲੀਗਲ ਰਾਈਟ ਹੋਣਾ ਚਾਹੀਦਾ। ਇਹ ਲੀਗਲ ਰਾਈਟ ਹੈ ਲੋਕਾਂ ਦੇ, ਪਰ ਇਹ ਚਲੋ ਅਸੀਂ ਆਪਣੇ ਹਲਕੇ ਲੈਵਲ ਤੇ ਇਹ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਜ਼ਰੂਰਤਮੰਦ ਨਾ ਰਹਿ ਜੇ ਕਿਉਂਕਿ ਮੈਂ ਸਮਝਦਾ ਇਹਦੇ ਤੋਂ ਵੱਡੀ ਲੋਕਤੰਤਰ 'ਚ ਤਰਾਸਦੀ ਕੀ ਹੋ ਸਕਦੀ ਕਿ ਕਿਸੇ ਬਜ਼ੁਰਗ ਦਾ, ਕਿਸੇ ਜ਼ਰੂਰਤਮੰਦ ਦਾ, ਕਿਸੇ ਸਰਕਾਰੀ ਸਕੀਮ ਤੇ, ਕਿਸੇ ਲਾਭਪਾਤਰੀ ਦਾ, ਕਿਸੇ ਜਿਹੜੀ ਸਹੂਲਤ ਤੇ ਹੱਕ ਆ ਉਹਨਾਂ ਤੱਕ ਹੀ ਨਾ ਪਹੁੰਚਦੇ। ਇਹ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ? ਉਹਨੂੰ ਕੰਪਨਸੇਟ ਕਰਨ ਦੀ, ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਸਾਡਾ ਦਫ਼ਤਰ ਹਰ ਦਿਨ ਖੁੱਲ੍ਹਦਾ, 7 ਦੇ 7 ਦਿਨ ਖੁੱਲ੍ਹਿਆ ਰਹਿੰਦਾ। ਕੋਈ ਵੀ ਲਾਭਪਾਤਰੀ, ਕੋਈ ਵੀ ਸਕੀਮ ਲਈ ਤੁਸੀਂ ਉੱਥੇ ਆ ਸਕਦੇ ਹੋ। ਉਹ ਤੁਸੀਂ ਆਉਂਦੇ ਹੋ, ਟੀਮ ਬੈਠੀ ਹੈ, ਖੁਦ ਫਾਰਮ ਭਰਦੀ ਹੈ, ਖੁਦ ਉਹ ਕਰਦੀ ਹੈ ਸਾਰਾ। ਦੇਖੋ ਜੀ ਇਹ ਗੱਲ ਹੈ ਜਦੋਂ ਤੁਹਾਡੀ ਕੋਈ ਡਿਊਟੀ ਲੱਗਦੀ ਹੈ, ਇੱਕ ਜ਼ਿੰਮੇਵਾਰੀ ਹੁੰਦੀ ਹੈ। ਜ਼ਿੰਮੇਵਾਰੀ ਇਕੱਲੀ ਚੰਗੇ ਟਾਈਮਾਂ ਦੀ ਤੇ ਨਹੀਂ ਲੱਗਦੀ। ਅਲਟੀਮੇਟਲੀ ਜਿਹੜੀ ਪਬਲਿਕ ਹੁੰਦੀ ਹੈ, ਪਬਲਿਕ ਨੂੰ ਜ਼ਰੂਰਤ ਔਰ ਉਹ ਇੰਝ ਦਾ ਸਮਾਂ ਸੀ ਜਦੋਂ ਪਹਿਲਾਂ ਲੋਕਡਾਊਨ ਲੱਗਿਆ ਸੀ ਕਿ ਆਮ ਮੱਧਮ ਵਰਗਾਂ ਪਰਿਵਾਰਾਂ ਦੀ ਕੋਈ ਤਿਆਰੀ ਨਹੀਂ ਸੀ। ਰਾਤ ਨੂੰ ਇੱਕਦਮ ਤੋਂ ਲੋਕਡਾਊਨ ਲੱਗ ਗਿਆ, ਲੋਕਾਂ ਦੇ ਕੋਲ ਰਾਸ਼ਨ ਨਹੀਂ ਸੀ, ਲੋਕਾਂ ਦੇ ਕੋਲ ਦਵਾਈਆਂ ਨਹੀਂ ਸੀ ਤੇ ਉਹ ਜਿਹੜਾ ਵੀ ਕੁਝ ਅਸੀਂ ਕੀਤਾ ਮੈਂ ਸਮਝਦਾ ਸਾਡੀ ਜ਼ਿੰਮੇਵਾਰੀ ਕਿਉਂਕਿ ਅਗਰ ਮਾੜੇ ਟਾਈਮ 'ਚ ਅਸੀਂ ਆਪਣੇ ਹਲਕੇ ਦੇ ਲੋਕਾਂ ਨਾਲ, ਸਾਡੇ ਨਾਗਰਿਕਾਂ ਨਾਲ ਨਹੀਂ ਖੜ ਸਕਦੇ ਤੇ ਚੰਗੇ ਟਾਈਮਾਂ 'ਚ ਤੇ ਹਰ ਬੰਦਾ ਹੀ ਖੜਦਾ ਹੈ। ਜਦੋਂ ਜ਼ਰੂਰਤ ਹੁੰਦੀ ਹੈ ਤਦ ਇਹ ਕਰਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਔਰ ਬਹੁਤ ਦੇਖੋ ਮੈਂ ਇਸ ਮੌਕੇ ਇਹ ਗੱਲ ਜ਼ਰੂਰ ਕਹਾਂਗਾ ਕਿ ਸਮਾਜ ਸੇਵੀ ਸੰਸਥਾਵਾਂ ਨੇ, ਸ਼ਹਿਰ ਦੇ ਸਾਡੇ ਨਾਗਰਿਕਾਂ ਨੇ, ਜਿਹੜੇ ਚੰਗੇ ਵੈਲ ਸੈਟਲਡ ਫੈਮਿਲੀਜ਼ ਨੇ, ਉਹਨਾਂ ਨੇ, ਲੋਕਾਂ ਨੇ ਆਪਣਾ ਬਹੁਤ ਯੋਗਦਾਨ ਦਿੱਤਾ ਹੈ। ਬਹੁਤ ਸਮਾਜਿਕ ਸੰਸਥਾਵਾਂ ਨੇ ਵੀ ਬਹੁਤ ਯੋਗਦਾਨ ਦਿੱਤਾ ਹੈ, ਧਾਰਮਿਕ ਸੰਸਥਾਵਾਂ ਨੇ ਦਿੱਤਾ ਹੈ ਔਰ ਇੱਕ ਬਹੁਤ ਵੱਡੀ ਤਰਾਸਦੀ ਸੀ ਕਰੋਨਾ ਦੀ, ਜਿਹੜਾ ਪਹਿਲਾ ਲੋਕਡਾਊਨ ਔਰ ਪਹਿਲੀ ਵੇਵ ਸੀ ਔਰ ਉਹਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਸੇਵਾ ਕੀਤੀ ਹੈ ਉਹਦੇ ਨਾਲ ਹੀ ਮੈਨੂੰ ਲੱਗਦਾ ਕਿ ਇਹ ਫਰਕ ਪਿਆ ਕਿ ਜਿਹੜਾ ਕ੍ਰਾਈਸਿਸ ਸੀ ਪੰਜਾਬ 'ਚ ਦੂਜੇ ਸੂਬਿਆਂ ਵਰਗਾ ਖਾਣ ਪੀਣ ਦਾ, ਦੂਜੀ ਚੀਜ਼ਾਂ ਦੀ ਕੋਈ ਘਾਟ ਨਹੀਂ ਆਈ
ਤੇ ਇਹਦੀ ਜ਼ਿੰਮੇਵਾਰੀ ਹੈ ਕਿ ਮਾੜੇ ਟਾਈਮ ਜਦੋਂ ਆਉਣ ਤਦ ਅਸੀਂ ਆਪਣੇ ਲੋਕਾਂ ਨਾਲ ਖੜੀਏ, ਔਰ ਜੋ ਮਾੜੇ ਟਾਈਮ 'ਚ ਨਹੀਂ ਖੜ ਸਕਦੇ ਤੇ ਫਿਰ ਚੰਗੇ ਟਾਈਮਾਂ 'ਚ ਮੈਂ ਸਮਝਦਾ ਖੜਨ ਦੀ ਸਾਡਾ ਹੱਕ ਵੀ ਨਹੀਂ ਬਣਦਾ। ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤਮੰਦ, ਜਿਹੜੀ ਲੋੜਮੰਦ ਜਦੋਂ ਸਾਡੇ ਲੋਕਾਂ ਦੀ ਘੜੀ ਹੈ, ਅਗਰ ਉਸ ਟਾਈਮ ਹੀ ਅਸੀਂ ਹੱਥ ਖਿੱਚ ਲਈਏ ਜਾਂ ਅਵੇਲੇਬਲ ਨਾ ਹੋਈਏ ਫਿਰ ਤੇ ਇਹ ਗੱਲ ਚੰਗੀ ਨਹੀਂ। ਸਾਡੇ ਹਲਕੇ 'ਚ ਨਾ ਇੱਕ ਬੜੀ ਦੁੱਖ ਦੀ ਗੱਲ ਸੀ ਕਿ 20 ਸਾਲ ਹੋ ਗਏ ਸੀ, ਕਲਚਰ ਬਣ ਗਿਆ ਸੀ ਔਰ ਸਾਰੇ ਪੰਜਾਬ 'ਚ, ਸਾਰੇ ਲੁਧਿਆਣਾ ਜ਼ਿਲ੍ਹੇ 'ਚ ਸਾਡਾ ਹਲਕਾ ਮਸ਼ਹੂਰ ਹੋ ਗਿਆ ਸੀ ਕਿ ਇੱਥੇ ਪਰਚਿਆਂ ਦੀ ਔਰ ਧੱਕੇਸ਼ਾਹੀ ਦੀ ਬੜੀ ਰਾਜਨੀਤੀ ਹੁੰਦੀ ਹੈ। ਅੱਛਾ, ਪ੍ਰੋਬਲਮ ਇਹ ਸੀ ਕਿ 5 ਸਾਲ ਇੱਕ ਧਿਰ ਪਰਚੇ ਕਰਦੀ ਸੀ, ਧੱਕੇ ਕਰਦੀ ਸੀ, ਛੋਟੇ ਇਲੈਕਸ਼ਨਾਂ 'ਚ, ਸਰਪੰਚੀ ਦੇ ਇਲੈਕਸ਼ਨਾਂ 'ਚ, ਸੁਸਾਇਟੀਆਂ 'ਚ, ਬਲਾਕ ਸੰਮਤੀ 'ਚ, ਸ਼ਹਿਰ ਦੇ ਇਲੈਕਸ਼ਨਾਂ 'ਚ। ਅਗਲੇ 5 ਸਾਲ ਦੂਜੇ ਕਰਦੇ ਰਹਿੰਦੀ ਸੀ ਤੇ ਇਹ ਸਾਈਕਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਬਿਕੋਜ਼ ਦੇਖੋ, ਜਿਹੜੇ ਥਾਣੇ ਨੇ ਉਹ ਪ੍ਰਜਾਤੰਤਰ, ਲੋਕਤੰਤਰ 'ਚ ਕਾਨੂੰਨ ਦਾ ਇੱਕ ਹਿੱਸਾ ਨੇ। ਮੈਂ ਸਮਝਦਾ ਹਾਂ ਕਿ ਉਹ ਪਾਰਟੀਆਂ ਦਾ ਐਕਸਟੈਂਸ਼ਨ ਨਹੀਂ ਹੋ ਸਕਦੀ, ਰਾਜਨੀਤੀ ਨਹੀਂ ਥਾਣਿਆਂ ਤੋਂ ਕੀਤੀ ਜਾ ਸਕਦੀ। ਔਰ ਲੋਕਾਂ ਦਾ ਜਿਹੜਾ ਹੱਕ ਹੈ, ਜਿਹੜੀ ਗੱਲ ਵਾਜਿਬ ਹੈ, ਜਿਹੜੀ ਗੱਲ ਸੱਚ ਹੈ, ਪੁਲਿਸ ਦੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਧਿਰ ਦੀ ਮਦਦ ਕਰਨ, ਉਹਦੇ ਨਾਲ ਖੜਨ। ਔਰ ਕੋਸ਼ਿਸ਼ ਇਹ ਕੀਤੀ ਹੈ ਕਿ ਸਾਫ਼ ਸੁਥਰੀ ਰਾਜਨੀਤੀ ਹੋਏ ਔਰ ਜਿਹਦਾ ਜਿੱਥੇ ਜੋ ਕਾਨੂੰਨੀ ਹੱਕ ਬਣਦਾ ਉਹ ਉਸ ਬੰਦੇ ਨੂੰ ਮਿਲੇ। ਔਰ ਇਹ ਨਹੀਂ ਦੇਖਿਆ ਕਿ ਉਹ ਕਿੱਥੇ ਦਾ ਸੀ, ਕਿਹੜੀ ਪਾਰਟੀ ਦਾ ਸੀ, ਸਾਡੇ ਹਲਕੇ ਦਾ ਸੀ, ਬਿਲਕੁਲ ਨਹੀਂ। ਸਾਨੂੰ ਤਾਂ ਇਹ ਸੀ ਕਿ ਜਿਹੜੀ ਚੀਜ਼ ਫੇਅਰ ਆ, ਜਿਹੜੀ ਚੀਜ਼ ਸੱਚ ਆ, ਉਹ ਕੀਤੀ ਜਾਏ। ਕਿਉਂਕਿ ਮੇਰੇ ਮਨ 'ਚ, ਮੈਂ ਔਰ MP ਸਾਹਿਬ ਚਾਹੁੰਦੇ ਸੀ ਕਿ 20 ਸਾਲਾਂ ਦਾ, ਤੁਸੀਂ ਸੋਚੋ ਕਿ 20 ਸਾਲਾਂ ਦਾ ਇੱਕ ਤਰੀਕੇ ਦਾ ਇਹ ਸਾਈਕਲ, ਇੱਕ ਚੱਕਰ ਵਿਊ ਚੱਲ ਰਿਹਾ ਸੀ ਜਿਹੜਾ ਉਹ ਟੁੱਟਦਾ ਹੀ ਨਹੀਂ ਸੀ। ਸਾਡੇ ਹਲਕੇ ਦੇ ਲੋਕ, ਰਾਜਨੀਤਿਕ ਜਿੰਨੇ ਵੀ ਲੀਡਰ ਸਾਹਿਬਾਨ ਸੀ, ਸਾਰੇ ਉਸ ਚੱਕਰ ਵਿਊ 'ਚ ਫਸੇ ਹੋਏ ਸੀ ਪੱਕੇ ਕਿ ਅਸੀਂ ਪਰਚੇ ਕਰਦੇ ਫਿਰ ਦੂਜੇ ਵੀ ਕਰਦੇ, ਉਹਨੂੰ ਰੋਕਣ ਲਈ। ਕਿਉਂਕਿ ਇਹ ਵਾਲੀ ਗੱਲ ਆ ਕਿ ਕੁਝ ਇੰਜ ਦੇ ਪਰਿਵਾਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੀ ਤੀਜੀ ਪੀੜ੍ਹੀ ਹੋ ਗਈ ਸੀ ਇਸ ਚੱਕਰ ਵਿਊ ਦੇ ਨਾਲ ਭਿੜਦੇ ਹੋਏ, ਤੇ ਮੈਂ ਸਮਝਦਾ ਸੀ ਕਿ ਬਹੁਤ ਜ਼ਰੂਰੀ ਹੈ ਕਿ ਇਸ ਸਾਈਕਲ ਨੂੰ ਅਸੀਂ ਤੋੜੀਏ। ਔਰ ਬੜੇ ਮੈਂ ਸਮਝਾਂਗਾ ਕਿ ਲੋਕਾਂ ਨੇ ਵੀ ਸਾਥ ਦਿੱਤਾ ਆ, ਪਰਮਾਤਮਾ ਨੇ ਵੀ ਸਾਥ ਦਿੱਤਾ ਹੈ ਕਿ ਅਸੀਂ ਇਹ ਸਾਈਕਲ ਤੋੜ ਪਾਏ। ਔਰ ਅਸੀਂ ਮੁੱਦਾ ਹੀ ਵਿਕਾਸ ਦਾ ਰੱਖਿਆ। ਦੇਖੋ, ਹਰ ਪਾਸੇ ਲੋਕਾਂ ਨੂੰ ਕਿਹਾ ਆ ਕਿ ਤੁਹਾਡਾ ਹੱਕ ਆ ਕਿ ਤੁਸੀਂ ਵੱਧ ਤੋਂ ਵੱਧ ਕੰਮ ਕਰਾਓ, ਸਹੂਲਤਾਂ ਲਓ, ਔਰ ਇਹਨੂੰ ਰਾਜਨੀਤੀ ਦਾ ਕੇਂਦਰ ਬਿੰਦੂ, ਮੁੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਲੋਕਾਂ ਦਾ ਜਿਹੜਾ ਅਸਲੀ ਫਾਇਦਾ ਹੈ, ਦੇਖੋ ਲੋਕ ਕਿਉਂ ਵੋਟ ਪਾਉਂਦੇ ਆ? ਆਪਣੇ ਮਸਲੇ ਹੱਲ ਕਰਾਉਣ ਲਈ ਵੋਟ ਪਾਉਂਦੇ ਆ। ਕੋਈ ਵੋਟ ਪਾ ਰਿਹਾ ਇਸ ਲਈ ਪਾ ਰਿਹਾ ਕਿ ਉਹਦੇ ਨਗਰ ਦਾ, ਉਹਦੇ ਮੁਹੱਲੇ ਦਾ, ਉਹਦੇ ਪਿੰਡ ਦਾ ਵਿਕਾਸ ਹੋਏ, ਉਹਦੇ ਬੱਚੇ ਜਾਂ ਬੇਟੀ ਦੇ ਪੜ੍ਹਨ ਲਈ ਚੰਗੀ ਕੋਈ ਸਰਕਾਰੀ ਇੰਸਟੀਚਿਊਟ ਇਲਾਕੇ 'ਚ ਆਏ। ਕੋਈ ਇਸ ਕਾਰਨ ਵੋਟ ਪਾ ਰਿਹਾ ਕਿ ਉਹਦੇ ਬੱਚੇ ਲਈ ਕੋਈ ਰੋਜ਼ਗਾਰ ਪੈਦਾ ਹੋਏ। ਇਹ ਅਸਲੀ ਮੁੱਦੇ, ਔਰ ਇਹ ਮੁੱਦਿਆਂ ਦੇ ਅਰਥ ਕਰਦੀ ਪਿਛਲੇ 5 ਸਾਲਾਂ 'ਚ ਇੱਥੇ ਰਾਜਨੀਤੀ ਹੋਈ ਆ। ਔਰ ਸਾਡੀ ਇਹੀ ਆਸ ਹੈ ਕਿ ਅਗਲੇ ਆਉਣ ਵਾਲੇ ਸਮੇਂ 'ਚ ਵੀ ਇਹੀ ਮੁੱਦਿਆਂ ਤੇ ਇੱਥੇ ਦੇਖੋ ਜੀ, ਜਿਹੜੇ ਸਾਰੇ ਸਰਕਾਰੀ ਤੰਤਰ ਹੈ, ਸਾਰੇ ਅਫਸਰ ਸਾਹਿਬਾਨ ਹੈ, ਵੱਡੇ ਤੋਂ ਵੱਡੇ ਅਫਸਰ, SSP DCਆਂ ਤੋਂ ਲੈ ਕੇ ਲਾਸਟ ਬੰਦੇ ਤੱਕ ਵੀ, ਹਰ ਮੁਲਾਜ਼ਮ ਹੈ, ਹਰ ਮਹਿਕਮੇ 'ਚ ਉਹਨਾਂ ਦੀ ਡਿਊਟੀ ਆ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਪਬਲਿਕ ਦੇ ਕੰਮ ਕਰ। ਔਰ ਇੱਥੇ ਤੱਕ ਰਿਹਾ ਕਿ ਮੈਨੂੰ ਲੱਗਦਾ ਅੱਜ ਤੱਕ ਮੈਨੂੰ ਔਰ ਡਾਕਟਰ ਅਮਰ ਸਿੰਘ ਜੀ ਨੂੰ ਇਹੀ ਨਹੀਂ ਪਤਾ ਚੱਲਿਆ ਕਿ DSP ਕਿਹੜਾ ਲੱਗ ਗਿਆ, SDM ਕੌਣ ਆ ਗਿਆ, SHO ਕਿਹੜੇ ਬਦਲ ਗਏ, ਤਹਿਸੀਲਦਾਰ, ਨਾਇਬ ਤਹਿਸੀਲਦਾਰ। ਕਿਉਂਕਿ ਦੇਖੋ, ਅਸੀਂ ਤੇ ਲੋਕਾਂ ਦੇ ਨੁਮਾਇੰਦੇ ਹਾਂ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਦੇ ਕੰਮ ਕਰਾਈਏ, ਲੋਕਾਂ ਦੇ ਕੰਮ ਚੰਗੇ ਢੰਗ ਨਾਲ ਹੋਣ, ਕੋਈ ਅੜਿੱਕਾ ਨਾ ਲੱਗੇ। ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ, ਨਾ ਹੀ ਸਾਡਾ ਇਹ ਹੱਕ ਆ ਕਿ ਅਸੀਂ ਉਂਗਲੀ ਰੱਖ ਕੇ ਕਹੀਏ ਕਿ ਜੀ ਫਲਾਣੇ ਬੰਦੇ ਨੂੰ ਲਾਓ, ਫਲਾਣੇ ਬੰਦੇ ਨੂੰ ਲਾਓ। ਨਹੀਂ, ਅਗਰ ਇਹ, ਔਰ ਮੈਂ ਸਮਝਦਾ ਕਿ ਇਹੀ ਸਾਰੀ ਜਿਹੜੇ ਬੰਦੇ ਨੂੰ ਅਸੀਂ ਜਾਣਦੇ ਨਹੀਂ ਹੁੰਦੇ, ਅਸੀਂ ਉਸ ਬੰਦੇ ਤੇ ਮੈਨੂੰ ਲੱਗਦਾ ਕਿ ਕहीं ਜ਼ਿਆਦਾ ਪ੍ਰੈਸ਼ਰ ਹੁੰਦਾ ਜਦੋਂ ਉਸ ਬੰਦੇ ਨੂੰ ਪਤਾ ਹੈ ਕਿ ਜੀ ਮੈਂ ਤੇ ਕਿਸੇ ਸਿਫਾਰਿਸ਼ ਤੇ ਆਇਆ ਨਹੀਂ, ਮੇਰੀ ਪੋਸਟਿੰਗ ਹੋਈ ਹੈ। ਅੱਛਾ, ਜਦੋਂ ਪੋਸਟਿੰਗ ਹੁੰਦੀ ਹੈ, ਹਰ ਬੰਦੇ ਨੂੰ ਇੱਕ ਹੀ ਬੇਨਤੀ ਕਰਦੇ ਹਾਂ ਅਸੀਂ ਕਿ ਭਾਈ ਸਾਡਾ ਤੇ ਕੋਈ ਇੰਟਰਸਟ ਨਹੀਂ, ਲੋਕਾਂ ਦੇ ਕੰਮ ਹੋਣੇ ਚਾਹੀਦੇ ਆ, ਪਾਰਦਰਸ਼ਤਾ ਨਾਲ ਕੰਮ ਹੋਣੇ ਚਾਹੀਦੇ ਆ, ਸਾਫ਼ ਸੁਥਰੇ ਢੰਗ ਨਾਲ ਭਾਈ ਤੁਹਾਡਾ ਦਫ਼ਤਰ ਚੱਲਣਾ ਚਾਹੀਦਾ। ਔਰ ਅੱਜ ਤੱਕ ਹਮੇਸ਼ਾ ਇੱਕ ਹੀ ਚੀਜ਼ ਹੈ, ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ, ਪਿਛਲੇ 5 ਸਾਲਾਂ 'ਚ ਕਦੇ ਵੀ ਸਿਫਾਰਿਸ਼ ਤੇ ਕੋਈ ਅਫਸਰ ਲਗਵਾਇਆ ਨਹੀਂ ਆ। ਪਬਲਿਕ ਦੇ ਕੰਪਲੇਂਟ ਤੇ ਹਟਾਏ ਸਾਰੇ, ਕਿ ਜਿੱਥੇ ਵੀ ਪਬਲਿਕ ਦੀ ਕੰਪਲੇਂਟ ਆਈ ਕਿ ਫਲਾਣਾ ਦਫ਼ਤਰ 'ਚ ਕੰਮ ਨਹੀਂ ਹੋ ਰਿਹਾ, ਫਲਾਣਾ ਅਫਸਰ ਨਹੀਂ ਹੋ ਰਿਹਾ, ਉਹਦੀ ਬਦਲੀ ਜ਼ਰੂਰ ਕਰਾਈ ਹੈ। ਸਾਡੀ ਸਰਕਾਰ ਰਹੀ ਆ ਪਿਛਲੇ 5 ਸਾਲ, ਬਦਲੀ ਕਰਾਈ ਆ ਪਬਲਿਕ ਕੰਪਲੇਂਟ ਤੇ, ਪਬਲਿਕ ਪ੍ਰੈਸ਼ਰ ਤੇ, ਕਿ ਜਿੱਥੇ ਪਬਲਿਕ ਨੂੰ ਲੱਗਿਆ ਕਿ ਉਹਨਾਂ ਦੇ ਕੰਮ ਨਹੀਂ। ਦੋ ਹੀ ਚੀਜ਼ਾਂ, ਇੱਕ ਚੰਗੀ ਸਿੱਖਿਆ ਸਾਡੇ ਬੱਚਿਆਂ ਦੀ, ਦੂਜੀ ਗੱਲ ਹੈ ਰੋਜ਼ਗਾਰ ਦੇ ਜ਼ਰੀਏ। ਸਿੱਖਿਆ ਦੀ ਗੱਲ ਕਰੀਏ ਤੇ ਸਰਕਾਰੀ ਡਿਗਰੀ ਕਾਲਜ ਪਿੰਡ ਬੁਰਜ ਹਰੀ ਸਿੰਘ 'ਚ ਚੱਲਦਾ ਪਿਆ, ਬਹੁਤ ਵੱਡੀ ਗਿਣਤੀ 'ਚ ਸਾਡੇ ਬੱਚੇ ਉੱਥੇ ਪੜ੍ਹਦੇ ਆ। ਸਰਕਾਰੀ ITI 'ਚ ਬੱਚੇ ਪੜ੍ਹਦੇ ਆ।
ਸਾਡੇ ਰਾਏਕੋਟ ਹਲਕੇ 'ਚ ਤਹਿਸੀਲ ਦੇ ਸਾਹਮਣੇ 100-150 ਕਿੱਲਾ ਜ਼ਮੀਨ ਸੀ ਜਿੱਥੇ ਇੰਡਸਟਰੀਅਲ ਫੋਕਲ ਪੁਆਇੰਟ ਬਣਿਆ ਸੀ, ਕੋਈ ਇੰਡਸਟਰੀ ਨਹੀਂ ਹੁੰਦੀ ਸੀ। ਮੈਨੂੰ ਯਾਦ ਹੈ ਕਿ ਇਲੈਕਸ਼ਨਾਂ 'ਚ ਇਹ ਮੁੱਦਾ ਹੁੰਦਾ ਸੀ ਕਿ ਇੱਥੇ ਇੰਡਸਟਰੀ ਲਗਵਾਓ ਜਾਂ ਇਹ ਜ਼ਮੀਨ ਵਾਪਸ ਕਰੋ। ਅੱਜ ਉੱਥੇ ਸੈਂਕੜੇ ਇੰਡਸਟਰੀਆਂ ਲੱਗੀਆਂ, ਹਜ਼ਾਰਾਂ ਗਿਣਤੀ ਨਾਲ ਬੱਚੇ ਕੰਮ ਕਰ ਰਹੇ ਆ। ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰੋਜੈਕਟ ਮੈਂ ਔਰ ਡਾਕਟਰ ਸਾਹਿਬ ਸਿਰਫ ਇਸ ਸੋਚ ਨਾਲ ਲੈ ਕੇ ਆਏ ਸੀ। ਦੇਖੋ, ਨਾ ਮੈਂ ਕਿਤੋਂ ਜਹਾਜ਼ ਬੈਠ ਕੇ ਚਲੇ ਜਾਣਾ, ਨਾ ਸਾਡੇ ਪਿੰਡਾਂ ਵਾਲਿਆਂ ਨੇ ਜਾਣਾ, ਪਰ ਸਾਨੂੰ ਇਹ ਗੱਲ ਦੀ ਸਮਝ ਸੀ ਕਿ ਜਿਹੜੇ ਇਲਾਕੇ 'ਚ ਕੁਝ ਵੀ ਨਾ ਹੋਏ, ਜਦ ਤੱਕ ਕੋਈ 500-700 ਹਜ਼ਾਰ ਕਰੋੜ ਦਾ ਬਹੁਤ ਵੱਡਾ ਪ੍ਰੋਜੈਕਟ ਨਹੀਂ ਆ ਜਾਊਗਾ, ਇੰਡਸਟਰੀ ਨੇ ਇਸ ਪਾਸੇ ਨਹੀਂ। ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰੋਜੈਕਟ ਦੇ ਕਾਰਨ ਮੌਜੂਦਾ ਦੀ ਇੰਡਸਟਰੀ ਲੱਗੀ ਆ। ਫੈਵੀਕੋਲ ਨੂੰ ਬਣਾਉਣ ਵਾਲੀ ਜਿਹੜੀ ਬਹੁਤ ਵੱਡੀ ਅੰਤਰਰਾਸ਼ਟਰੀ ਕੰਪਨੀ ਹੈ, ਇੰਟਰਨੈਸ਼ਨਲ ਕੰਪਨੀ ਹੈ ਪਿਡੀਲਾਈਟ, ਉਹਨਾਂ ਦਾ ਵੀ ਪਲਾਂਟ ਲੱਗ ਰਿਹਾ, ਹੋਰ ਆ ਰਹੇ ਆ। ਇੱਥੇ ਤੱਕ ਆ ਇਹ ਹਾਲਾਤ ਨੇ ਕਿ ਜਿਹੜਾ ਸਾਡਾ ਇੰਡਸਟਰੀਅਲ ਫੋਕਲ ਪੁਆਇੰਟ ਸੀ, ਸਾਰੇ ਪਲਾਟ ਵਿਕ ਗਏ। ਇੰਡਸਟਰੀ ਮਹਿਕਮੇ ਨੂੰ ਅੱਜ ਦੇ ਦਿਨ 200-300 ਕਿੱਲੇ ਦੀ ਡਿਮਾਂਡ ਦਿੱਤੀ ਹੋਈ ਹੈ ਇੰਡਸਟਰੀ ਨੇ, ਉਹਨਾਂ ਦੇ ਕੋਲ ਥਾਂ ਨਹੀਂ ਲੱਭ ਰਹੀ ਇੰਡਸਟਰੀ ਮਹਿਕਮੇ ਨੂੰ। ਦੇਖੋ, ਅਲਟੀਮੇਟਲੀ ਤੇ ਅਗਰ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਰਕਾਰੀ ਸਿੱਖਿਆ ਦੇ ਪਾਈਏ ਜਿਹਦੇ ਨਾਲ ਉਹਨਾਂ ਦੇ ਪਰਿਵਾਰਾਂ ਤੇ ਬੋਝ ਨਾ ਪਏ। ਦੇਖੋ, ਕੋਈ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਬੇਟੇ ਨੂੰ ਜਾਂ ਬੇਟੀ ਨੂੰ ਕੋਈ ਡਿਗਰੀ ਕਰਾ ਲਈਏ ਤੇ ਪਰਿਵਾਰ ਤੇ 5 ਲੱਖ ਦਾ ਬੋਝ ਪੈ ਜਾਏ ਔਰ ਫਿਰ ਉਸ ਬੱਚੇ ਨੂੰ 20,000 ਦੀ ਨੌਕਰੀ ਮਿਲਦੀ ਹੈ। ਮੈਂ ਸਮਝਦਾ ਪਹਿਲੇ ਦਿਨ ਤੋਂ ਉਸ ਬੋਝ ਦੇ ਥੱਲੇ ਉਹ ਵਿਚਾਰਾ ਦਬ ਜਾਂਦਾ ਕਿ ਉਹ 5 ਲੱਖ ਤੋਂ ਮੈਂ ਸ਼ੁਰੂ ਕਰ ਰਿਹਾ, ਉਹ 5 ਲੱਖ ਦਾ ਮੇਰਾ ਕਰਜ਼ਾ ਹੈ। ਸਾਡਾ ਸਰਕਾਰੀ ਡਿਗਰੀ ਕਾਲਜ ਹੈ, 3-4 ਹਜ਼ਾਰ ਰੁਪਏ ਸਾਲ ਦੀ ਫੀਸ ਹੈ, ਗੁੱਡੀਆਂ ਦੀ ਫੀਸ ਮਾਫ ਆ, ITI 'ਚ ਵੀ ਆਮ ਫੀਸ ਹੈ। ਸਾਡਾ ਉਹਦਾ ਮਕਸਦ ਹੀ ਹੈ ਕਿ ਸਾਡੇ ਬੱਚੇ ਜਿਹੜੇ ਪੜ੍ਹ ਰਹੇ ਆ, ਜਿਹੜਾ ਆਮ ਕੋਈ 10-12 ਹਜ਼ਾਰ 'ਚ ਉਹਨਾਂ ਨੂੰ ਉਹਨਾਂ ਦੀ ਡਿਗਰੀ ਮਿਲ ਜਾਣੀ ਹੈ, ਕੋਈ ਬੋਝ ਨਹੀਂ ਹੈ ਉਹਨਾਂ ਦੇ, ਨਾ ਉਹਨਾਂ ਦੇ ਮੈਂਟਲ ਬੋਝ ਹੈ। ਅੱਛਾ, ਨਾਲ ਦੇ ਨਾਲ ਅਸੀਂ ਅਗਲਾ ਜਿਹੜਾ ਸਟੈਪ ਅਗਲੇ 5 ਸਾਲਾਂ 'ਚ ਕਰਨਾ ਚਾਹੁੰਦੇ ਹਾਂ, ਉਹ ਇਹ ਕਰਨਾ ਚਾਹੁੰਦੇ ਆ ਕਿ ਸਾਡੇ ਕਾਲਜ ਔਰ ITI ਦੀ ਇੰਡਸਟਰੀ ਦੇ ਨਾਲ ਬਹੁਤ ਨੇੜਤਾ ਕਰਾਉਣਾ ਚਾਹੁੰਦੇ ਆ, ਤਾਲਮੇਲ ਕਰਾਉਣਾ ਚਾਹੁੰਦੇ, ਕਿਉਂਕਿ ਮੈਨੂੰ ਸਵਾਦ ਤੇ ਉਸ ਦਿਨ ਆਊਗਾ ਜਿੱਥੇ ਮੇਰੇ ਜ਼ਿਆਦਾਤਰ ਬੱਚੇ ਮੇਰੇ ITI ਦੇ ਔਰ ਕਾਲਜ ਦੇ ਜਿਸ ਦਿਨ ਆਪਣਾ ਕਾਲਜ ਔਰ ITI ਖਤਮ ਕਰਨ, ਉਹ ਇੱਥੇ ਹੀ ਜਗਰਾਓਂ, ਬਰਨਾਲਾ ਨਾਲ ਦੀ ਸਾਰੀ ਇੰਡਸਟਰੀਆਂ 'ਚ ਸੈੱਟ ਹੋ ਜਾਣ ਕਿ ਉਹਨਾਂ ਦੇ ਮਾਪਿਓ ਨੂੰ ਵੀ ਸਕੂਨ ਹੋ ਕਿ 3 ਸਾਲ ਉੱਥੇ ਉਹਨੇ ਲਾਏ ਆ, ਪਰ ਹੁਣ ਉਹਦੀ ਸਿੱਖਿਆ ਖਤਮ ਹੋ ਗਈ ਔਰ ਅੱਜ ਉਹ ਆਪਣਾ ਪੇਟ ਭਰਨ ਲਈ ਤਿਆਰ ਆ, ਆਪਣੇ ਪੈਰਾਂ ਤੇ ਉਹ ਖੜ ਸਕਦਾ। ਤੇ ਉਹ ਸੋਚ ਆ, ਉਸ ਤਹਿਤ ਕੰਮ ਕਰ ਰਹੇ ਆ। ਔਰ ਮੈਂ ਸਮਝਦਾ ਕਿ ਸਾਡੀ ਜਵਾਨੀ ਲਈ, ਸਾਡੇ ਬੱਚਿਆਂ ਲਈ ਸਭ ਤੋਂ 2 ਵੱਡੇ ਜਿਹੜੇ ਅਸੀਂ ਕੰਮ ਕਰ ਸਕਦੇ ਹਾਂ, ਇੱਕ ਚੰਗੀ, ਸਸਤੀ, ਅਫੋਰਡੇਬਲ ਸਰਕਾਰੀ ਸਿੱਖਿਆ ਦੇ ਜ਼ਰੀਏ ਜਿੰਨੇ ਵੱਧ ਤੋਂ ਵੱਧ ਅਸੀਂ ਪੰਜਾਬ 'ਚ ਪੈਦਾ ਕਰ ਲਈਏ ਉਹ ਘੱਟ ਹੋਊਗਾ। ਔਰ ਦੂਜਾ, ਇਹ ਡਿਗਰੀਆਂ ਨੂੰ, ਡਿਪਲੋਮਿਆਂ ਨੂੰ ਕਾਲਜ ਟਾਈਮ ਤੋਂ ਹੀ ਅਸੀਂ ਜਿਹੜੇ ਰੋਜ਼ਗਾਰ ਦੇ ਜ਼ਰੀਏ ਨੇ, ਪਲਾਂਟ ਨੇ, ਫੈਕਟਰੀਆਂ ਨੇ, ਕੰਪਨੀਆਂ ਨੇ, ਉਹਨਾਂ ਨਾਲ ਸਰਕਾਰੀ ਪੱਧਰ ਤੇ ਅਸੀਂ ਇਹ ਟਾਈ ਅਪ ਰੱਖੀਏ ਕਿ ਸਾਡੇ ਬੱਚੇ ਨੂੰ ਨਾ ਭਟਕਣਾ ਪਵੇ। ਦੇਖੋ, IIT, IIM ਬਹੁਤ ਵੱਡੇ ਕਾਲਜਾਂ ਲਈ ਕਿਉਂ ਮਾਰ? ਇਸ ਲਈ ਮਾਰ ਹੈ ਕਿ ਜਿਸ ਦਿਨ ਬੱਚੇ ਨੇ ਪੜ੍ਹਾਈ ਵੀ ਨਹੀਂ ਖਤਮ ਕੀਤੀ ਹੁੰਦੀ, ਪਹਿਲੇ ਹੀ ਆਖਰੀ 2-3-4 ਮਹੀਨੇ 'ਚ ਹਰ ਬੱਚੇ ਦੇ ਹੱਥ 'ਚ ਨੌਕਰੀ ਹੁੰਦੀ ਹੈ। ਪਰ ਅੱਜ ਦੇ ਜਿਹੜੇ ਹਾਲਾਤ ਬਣ ਗਏ, ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਪੱਧਰ ਤੇ ਹਰ ਸਰਕਾਰੀ ਸਿੱਖਿਆ ਦੀ ਸੰਸਥਾ 'ਚ ਇਹ ਤਿਆਰੀ ਕਰੀਏ, ਕਿਉਂਕਿ ਇਹ ਬੱਚਿਆਂ ਦੀ ਡਿਊਟੀ ਨਹੀਂ ਹੈ, ਇਹ ਸਾਡੀ ਡਿਊਟੀ ਹੈ, ਸਰਕਾਰਾਂ ਦੀ ਡਿਊਟੀ ਹੈ ਕਿ ਅਸੀਂ ਇਹ ਮਾਹੌਲ ਬਣਾਈਏ, ਇਹ ਟਾਈ ਅਪ ਕਰੀਏ ਕਿ ਸਾਡੇ ਬੱਚੇ ਆਪਣੀ ਪੜ੍ਹਾਈ ਲਿਖਾਈ ਕਰਕੇ ਵਧੀਆ ਉਹਨਾਂ ਨੂੰ ਰੋਜ਼ਗਾਰ। ਦੇਖੋ ਜੀ, ਇੱਕ ਤੇ ਹਲਕਾ ਪੱਧਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਨੂੰ ਲੱਗਦਾ ਹੋ ਸਕਦਾ ਪੰਜਾਬ ਦੇ ਬਹੁਤ ਘੱਟ ਇੰਚ ਦੇ 2-3 ਹਲਕੇ ਹੋਣਗੇ ਜਿੱਥੇ ਪਿਛਲੇ 5 ਸਾਲਾਂ 'ਚ ਉਪਰਾਲਾ ਕੀਤਾ ਗਿਆ ਹੈ। ਤੁਸੀਂ ਜਾਣਦੇ ਹੋ ਕਿ ਹਰ ਸਾਲ ਜਿਹੜਾ ਆਪਣਾ ਜ਼ਮੀਨੀ ਪਾਣੀ ਹੈ ਉਹਦਾ ਦਰ ਘਟੀ ਜਾ ਰਿਹਾ। ਹਰ 4-5 ਸਾਲਾਂ 'ਚ ਆਪਾਂ ਨੂੰ ਮੋਟਰ ਡਬਲ ਕਰਨ ਦੀ ਲੋੜ ਪੈਂਦੀ ਹੈ। ਮੈਂ ਤੇ ਅਕਸਰ ਆਪਣੇ ਬਜ਼ੁਰਗਾਂ ਨੂੰ ਪੁੱਛਦਾ ਕਿ ਤੁਹਾਨੂੰ ਯਾਦ ਹੋਊਗਾ ਜਦੋਂ ਪਹਿਲੀ ਮੋਟਰ ਲਾਈ ਸੀ ਤੇ ਸਵਿਚ ਥੱਲੇ ਨਹੀਂ ਹੁੰਦਾ ਸੀ, ਪਾਣੀ ਬਾਹਰ ਹੁੰਦਾ ਸੀ। ਸਾਡੇ ਹਲਕੇ 'ਚ ਅਗਲੇ 5-6 ਮਹੀਨਿਆਂ 'ਚ 60 ਕਰੋੜ ਰੁਪਏ ਅਸੀਂ ਖਰਚ ਕਰ ਰਹੇ ਹਾਂ। ਜਿੰਨੇ ਵੀ ਸਾਡੇ ਸੂਏ ਸੀ, ਮੋਕੇ ਸੀ, ਸਾਰਿਆਂ ਨੂੰ ਕੰਕਰੀਟ ਦਾ ਬਣਾ ਰਹੇ ਹਾਂ, ਸੀਮੈਂਟ ਦਾ 100% ਬਣਾ ਰਹੇ ਹਾਂ। ਅਸੀਂ ਅੱਜ ਤੋਂ ਹੀ ਉਹ ਤਿਆਰੀ ਕਰ ਰਹੇ ਹਾਂ ਕਿ ਅੱਜ ਤੋਂ 10, 15, 20 ਸਾਲ ਬਾਅਦ ਜਦੋਂ ਪਾਣੀ ਦੀ ਤਕਲੀਫ ਆਉਂਦੀ ਆ, ਸਾਡੇ ਹਲਕੇ 'ਚ ਇੱਕ ਖੇਤ ਨੂੰ ਭੇਜਣ ਲਈ ਪੂਰਾ ਪਾਣੀ ਹੋਏ, ਨਹਿਰੀ ਵਿਵਸਥਾ ਬਹੁਤ ਸੋਹਣੀ ਹੋਏ, ਇੱਕ ਖੇਤ ਤੱਕ ਜਿਹੜਾ ਪਾਣੀ ਅਸੀਂ ਨਹਿਰੀ ਪਾਣੀ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ। ਤਕਰੀਬਨ ਸਾਡਾ 5-7 ਕਰੋੜ ਦਾ ਅੰਡਰਗਰਾਉਂਡ ਪਾਈਪਾਂ ਦਾ ਵੀ ਪ੍ਰੋਜੈਕਟ ਆ, ਉਹ ਵੀ ਪੰਜਾਬ ਸਰਕਾਰ ਵੱਲੋਂ ਪਾਸ ਹੈ। ਪਰ ਪਹਿਲੇ ਇਹ ਜ਼ਰੂਰੀ ਹੈ ਕਿ ਅਸੀਂ ਸੂਆਂ ਦਾ ਜਿਹੜਾ 60 ਕਰੋੜ ਦਾ ਪ੍ਰੋਜੈਕਟ ਉਹਨਾਂ ਨੂੰ ਪੱਕੇ ਕਰ ਲਈਏ, ਫਿਰ ਉਹ ਪਾਈਪਾਂ ਵਾਲਾ ਪ੍ਰੋਜੈਕਟ ਕਰਾਂਗੇ। ਔਰ ਸਰਕਾਰ ਦੀ ਦੇਖੋ ਇਹ ਸੋਚ ਆ, ਪੰਜਾਬ ਸਰਕਾਰ ਦੀ ਇਹ ਸੋਚ ਹੈ ਕਿ ਜੋ ਵੀ ਅਸੀਂ ਕਰ ਸਕਦੇ ਹਾਂ ਕਿਸਾਨਾਂ ਲਈ, ਕਿਸਾਨੀ ਲਈ ਬਹੁਤ ਉਹ ਘੱਟ ਹੋਊਗਾ, ਕਿਉਂਕਿ ਕਿਸਾਨੀ ਦੇ ਸਾਰਾ ਕੁਝ ਹੈ। ਪੰਜਾਬ ਜਿਹੜਾ ਸੂਬਾ ਹੈ, ਅਗਰ ਕਿਸਾਨੀ ਨਹੀਂ ਹੈ ਤਾਂ ਪੰਜਾਬ ਸੂਬਾ ਨਹੀਂ। ਤੇ ਸਰਕਾਰ ਦੀ ਉਹੀ ਸੋਚ ਆ ਕਿ ਜੋ ਵੀ ਆਉਣ ਵਾਲੇ ਭਵਿੱਖ ਨੂੰ ਦੇਖਦੇ ਹੋਏ
ਜੋ ਵੀ ਕਦਮ ਅਸੀਂ ਚੱਕ ਸਕਦੇ ਹਾਂ ਜਿਹਦੇ ਨਾਲ ਸਾਡੇ ਜ਼ਿਮੀਂਦਾਰ ਭਰਾਵਾਂ ਦੀ ਆਮਦਨ ਵਧੇ, ਉਹਨਾਂ ਨੂੰ ਆਮਦਨ ਦੀ ਉਹਨਾਂ ਦੀ ਸੁਰੱਖਿਆ ਹੋਏ ਔਰ ਉਹਨਾਂ ਦੇ ਕਰਜ਼ੇ ਘਟਣ, ਉਹ ਸਾਰੀ ਸਕੀਮਾਂ ਤੇ ਪੰਜਾਬ ਸਰਕਾਰ ਲੱਗੀ ਹੋਈ ਆ। ਸਾਡੀ ਮੈਨੀਫੈਸਟੋ ਕਮੇਟੀ 'ਚ ਵੀ ਆਪਣੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ, ਮਨਪ੍ਰੀਤ ਬਾਦਲ ਜੀ ਨੇ, ਡਾਕਟਰ ਅਮਰ ਸਿੰਘ ਜੀ ਨੇ, ਬਾਕੀ ਵੀ ਪੜ੍ਹੇ ਲਿਖੇ ਲੋਕ ਨੇ, ਸਾਰੇ ਇਹੀ ਗੱਲਾਂ ਤੇ ਲੱਗੇ ਹੋਏ ਆ ਕਿ ਕਿਸ ਤਰੀਕੇ ਨਾਲ ਲੌਂਗ ਟਰਮ ਇੱਕ ਵਿਜ਼ਨ ਅਸੀਂ ਲਈਏ ਔਰ ਲੰਬੀ ਸੋਚ ਦਾ ਹੀ ਦੇਖੋ ਫਾਇਦਾ ਹੁੰਦਾ। ਪਿਛਲੇ ਬਹੁਤ ਸਾਲਾਂ ਤੋਂ ਪੰਜਾਬ 5-5 ਸਾਲਾਂ ਦੇ ਸੋਚ ਨਾਲ ਅਸੀਂ ਚੱਲ ਰਹੇ ਹਾਂ ਔਰ ਇਸ ਕਾਰਨ ਅੱਜ ਅਸੀਂ ਇੱਥੇ ਪਹੁੰਚ ਗਏ। ਮੈਂ ਸਮਝਦਾ ਹਾਂ ਕਿ ਆਉਣ ਵਾਲੇ ਭਵਿੱਖ 'ਚ ਇੱਕ ਵਾਰੀ ਪੰਜਾਬ ਨੂੰ 25 ਜਾਂ 30 ਸਾਲਾਂ ਦੀ ਵਿਜ਼ਨ ਲੈ ਕੇ 5 ਸਾਲ ਉਸ ਤਰੀਕੇ ਨਾਲ ਸਾਨੂੰ ਕੰਮ ਕਰਨਾ ਪਊਗਾ